हाँ जी, चीचावतनी की पहचान है धुनी छोटी चम बरीक है बहाना जेड़ा थान छोटे ने अच्छा कईयां दे लम्मे भी हो जांदे ने आस्ता आस्ता ते सिंग कुंडे ने ते उत्ते उन्हां दे वाल ने ये उन्हां दी वड्डी निशानी जत जई उत्ते रहिंदी ने मेरे हिसाब नाल गोश्ता च बचत कर सकदा दुद्ध जिस बेईमानी नहीं करनी वो नहीं कर सकता। अस्सलाम वालेकुम। वालेकुम सलाम। अंकल जी की हाल ने? ठीक ठाक अल्लाह दा करम। जनाब दा की नाम है? मेरे नाम शहबाज अहमद। शहबाज साहब इलाका केड़ा है? कालो के। सर तुसी किन्ने अरसे तो जानवरां दा कारोबार करदे हो पे? 10 साल हो गए। माशाअल्लाह। सर तुहाडा 10 साल दा तजर्बा कैसा रहा है? 10 साल जी तजर्बा हो ते इना च बल्ला ते फसल ना बड़ी बचत है जी ते लिया गया जेड़ी बीमारियां ने विच ये बहुत ज्यादा आ रही हैं ਇਹਦੇ ਵਿੱਚ ਥਣਾ ਦੀ ਜ਼ਿਆਦਾ ਬਿਮਾਰੀ ਹੈ। ਅੱਛਾ ਇਹਦੇ ਡੰਗਰ ਨੁਕਸਾਨ ਵੀ ਹੁੰਦੇ ਜੀ ਜਿਹੜਾ 2 ਲੱਖ ਦਾ ਲਿਆ ਉਹ 50-60 ਹਜ਼ਾਰ ਦਾ ਦੇਣਾ ਪੈਂਦਾ ਜੀ ਜੀ ਇਹ ਕਮੀਆਂ ਹੈ ਨੇ ਡਾਕਟਰਾਂ ਦੀ ਬੜੀ ਕਿੱਲਤ ਇੱਧਰ। ਅੱਛਾ ਡਾਕਟਰ ਨਹੀਂ ਇੱਥੇ ਜਿਹੜੇ ਗਵਰਨਮੈਂਟ ਦੇ ਨੇ ਉਹ ਕਦੇ ਆਏ ਹੀ ਨਹੀਂ ਤੇ ਪ੍ਰਾਈਵੇਟ ਵੀ ਕੰਪਿਊਟਰ ਸ਼ੰਪਿਊਟਰ ਹੀ ਉਹਨਾਂ ਨੂੰ ਪੂਰਾ ਪਤਾ ਹੈ ਬੱਚਾ ਪੂਰਾ ਉਹਦੇ ਨਾਲ ਬਹੁਤਾ ਸਾਨੂੰ ਆਪ ਹੀ ਪਤਾ ਜੀ ਜੀ ਤੇ ਅਦਾ ਸਰ ਕੋਈ ਦੇਸੀ ਇਲਾਜ ਕਰਦੇ ਹੋ? ਜੀ ਦੇਸੀ ਇਲਾਜ ਹੀ ਕੋਈ ਸੌਂਜ ਮੈਨ ਰੀੜਾਂ ਸ਼ੀੜਾਂ ਕੁੱਟ ਕੇ ਉਹ ਬਣਾਏ ਆ ਉਹ ਹੀ ਦੇਈਦਾ ਚਾਹ ਬੜਾ ਹੋਵੇ ਤੇ ਨਸਾਜਰ ਜਿਹੜਾ ਥਾਣਾ ਨੂੰ ਮੁਕਸ ਹੁੰਦਾ ਉਹ ਦਿੱਤਾ ਨਾਲ ਦੁੱਧ ਦਿੱਤਾ ਜੀ ਜੀ ਇਹ ਚੀਜ਼ਾਂ ਨੇ ਹੋਰ ਮਸਾਲੇ ਨੇ ਕਾਲੀ ਜੀਰੀ ਸੌਂਫ ਜਵੈਣ ਅਸੀਂ ਪੱਠਿਆਂ ਦੇ ਉੱਤੇ ਹੀ ਉਹਨੂੰ ਡਾਲਦੇ ਨੇ। ਮਾਸ਼ਾਅੱਲਾ ਇਸ ਟਾਈਮ ਅੰਕਲ ਜੀ ਤੁਹਾਡੇ ਕੋਲ ਫਾਰਮ ਤੇ ਕਿੰਨੇ ਜਾਨਵਰ ਮੌਜੂਦ ਨੇ? ਸਾਡੇ ਕੋਲ ਜੀ ਇਸ ਵਕਤ 45 ਜਾਨਵਰ ਮੌਜੂਦ। 45 ਇਹਨਾਂ ਚੋਂ ਦੁੱਧ ਦੇਣ ਵਾਲੇ ਕਿੰਨੇ ਨੇ ਤੇ ਦੂਸਰੇ ਕਿੰਨੇ ਨੇ? ਸਾਡੇ ਕੋਲ ਨੇ 17 ਤੇ ਇੱਕ ਗਾਂ 18। ਮਾਸ਼ਾਅੱਲਾ 17 ਤੁਹਾਡੇ ਜਾਨਵਰ ਜੇ ਦੁੱਧ ਦੇਣ ਵਾਲੇ ਨੇ ਉਹਨਾਂ ਵਿੱਚੋਂ ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਮੌਜੂਦ ਜੇ? ਸਾਡੇ ਕੋਲ ਜ਼ਿਆਦਾ ਹੁਣ ਚੀਚਾਵਤਨੀ ਤੇ ਕੁਝ ਅਸਾਂ ਆਪਣੀ ਤਿਆਰ ਕੀਤੀ ਹੈ ਬਹੁਤੀ ਹੁਣ ਹੋਏ ਘਰ ਦੀ ਜੀ। ਤੁਹਾਡੇ ਕੋਲ ਇਸ ਟਾਈਮ ਚੀਚਾਵਤਨੀ ਦੀਆਂ ਕਿੰਨੀਆਂ ਮੱਝਾਂ ਮੌਜੂਦ ਨੇ? ਚੀਚਾਵਤਨੀ ਦੀਆਂ ਸਾਡੇ ਕੋਲ 4 ਮੱਝਾਂ ਮੌਜੂਦ ਨੇ। ਪਹਿਲੇ ਸਾਨੂੰ ਚੀਚਾਵਤਨੀ ਜਿਹੜੀ ਅੱਛੀ ਮੱਝ ਉਹਦੀ ਪਹਿਚਾਣ ਦੱਸੋ ਬਾਅਦ ਤੁਹਾਡੀ ਚੀਚਾਵਤਨੀ ਮੱਝਾਂ ਦੇਖਨੇ ਆ। ਹਾਂ ਜੀ ਚੀਚਾਵਤਨੀ ਦੀ ਪਹਿਚਾਣ ਇਹ ਉਹਨਾਂ ਦੀ ਧੁਨੀ ਛੋਟੀ ਚਮ ਬਰੀਕ ਹੈ ਬਹਾਨਾ ਜਿਹੜਾ ਥਾਨ ਛੋਟੇ ਨੇ ਅੱਛਾ ਕਈਆਂ ਦੇ ਲੰਮੇ ਵੀ ਹੋ ਜਾਂਦੇ ਨੇ ਆਸਤਾ ਆਸਤਾ ਤੇ ਸਿੰਗ ਕੁੰਡੇ ਨੇ ਤੇ ਉੱਤੇ ਉਹਨਾਂ ਦੇ ਵਾਲ ਨੇ ਇਹ ਉਹਨਾਂ ਦੀ ਵੱਡੀ ਨਿਸ਼ਾਨੀ ਜਤ ਜਈ ਉੱਤੇ ਰਹਿੰਦੀ ਹੈ। ਖੂਬੀ ਇਹਨਾਂ ਦੀ ਕੀ ਜੇ? ਖੂਬੀ ਇਹਨਾਂ ਦੀ ਉਹ ਸਭ ਤੋਂ ਜ਼ਿਆਦਾ ਦੁੱਧ ਜਿਹੜੀਆਂ ਤੇ ਬਹੁਤਾ ਅਰਸਾ ਦਿੰਦੀਆਂ ਨੇ ਬਸ ਜਿਹੜੀ ਸੂਈ ਹੈ ਨਾ ਉਹ 8 ਮਹੀਨੇ ਦੁੱਧ ਦੇ ਜਾਂਦੀ ਹੈ ਜਿਹੜੀ ਇੱਥੇ ਦੀ ਤਿਆਰ ਕੀਤੀ ਉਹ 6 ਮਹੀਨਿਆਂ 'ਚ ਛੱਡ ਦਿੰਦੀ ਹੈ। ਅੱਛਾ ਅੰਕਲ ਜੀ ਇੱਕ ਦੂਸਰੇ ਇਲਾਕੇ ਦੀ ਅਗਰ ਮੱਝ 5 ਮਹੀਨੇ ਦੁੱਧ ਦਿੰਦੀ ਤੇ ਚੀਚਾਵਤਨੀ ਦੀ ਮੱਝ ਕਿੰਨੀ ਦੇਰ ਦੁੱਧ ਦੇਗੀ? ਉਹ 8 ਮਹੀਨੇ ਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ 4 ਚੀਚਾਵਤਨੀ ਮੱਝਾਂ ਮੌਜੂਦ ਨੇ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਦੁੱਧ ਦੇ ਰਹੀ ਉਹ ਕਿੰਨੀ ਦੇ ਰਹੀ ਤੁਹਾਡੇ ਕੋਲ? ਜ਼ਿਆਦਾ ਸਾਡੇ ਕੋਲ ਜਿਹੜੀ ਦੇ ਰਹੀ ਉਹ ਸਾਡੇ ਕੋਲ 17 ਤੋਂ 18 ਕਿਲੋ ਦੇ ਰਹੀ। ਸਾਨੂੰ ਦਿਖਾਓਗੇ ਆਪਣੀਆਂ ਮੱਝਾਂ ਚੀਚਾਵਤਨੀ ਵਾਲੀ ਜਿਹੜੀ 17-18 ਕਿਲੋ ਦੇ ਰਹੀਆਂ? ਹਾਂਜੀ ਦਿਖਾਉਂਦੇ। ਠੀਕ ਹੈ ਨਹੀਂ ਅੱਛਾ ਇਹ ਵੀ ਉਧਰ ਦੀ ਕਿੰਨੇ ਸੂਏ ਜੇ ਹੈ ਇਹ ਮੱਝ? ਹੁਣ ਤੇ 5ਵੇਂ ਸੂਏ ਹੋ ਗਏ। 5ਵੇਂ ਸੂਏ? 5 ਸੂਏ ਹੀ ਨੇ ਦੁੱਧ ਦਿੰਦੀ ਤੁਹਾਡੇ ਕੋਲ ਹੀ 5 ਸੂਏ ਰਹੀ ਹੈ? ਕਿੰਨੇ ਦੀ ਲਈ ਸਜੇ ਉਦੋਂ 5 ਸੂਏ ਪਹਿਲਾਂ? ਉਦੋਂ ਅਸਾਂ ਲਈ 1.5 ਲੱਖ ਦੀ ਉਦੋਂ ਵਾਲੀ ਕੀਮਤਾਂ ਘੱਟ ਸਾਂ ਤੇ ਮਾਸ਼ਾਅੱਲਾ ਇਸ ਟਾਈਮ ਕਿੰਨਾ ਦੁੱਧ ਦੇ ਤੱਕ ਦੱਸਿਆ ਜੇ? ਇਸ ਟਾਈਮ ਇਹਦੇ ਥੱਲੇ 17-18 ਕਿਲੋ ਦੁੱਧ। ਕਿੰਨੇ ਕਿਲੋ ਦੁੱਧ ਦੇ ਥੱਲੇ? ਇਹ ਥੱਲੇ 16 ਕਿਲੋ। 16 ਕਿਲੋ ਕਿੰਨਵੇਂ ਸੂਏ ਵੇ ਸਰ? ਇਹ ਜਿਹੜੀ ਹੈ ਤੀਜੇ ਸੂਏ। ਤੇ ਨਸਲ ਦੀ ਕਿਹੜੀ ਹੈ? ਨਸਲ ਇਹਦੀ ਵੀ ਹੋਈ ਚੀਚਾਵਤਨੀ। ਯਾਨੀ ਤੁਸੀਂ ਚੀਚਾਵਤਨੀ ਨੂੰ ਤਰਜੀਹ ਦਿੰਦੇ ਆ? ਪਿੱਛੇ ਸਾਨੂੰ ਪਛਾਣ ਥੋੜੀ ਦੱਸ ਦਿਓ ਇਹਦੀ ਜਿਹੜੀ ਪਛਾਣ ਦਾ। ਇਹ ਹੈ ਵੇਖੋ ਨਾ ਮਾਸ ਬਹੁਤ ਬਰੀਕ ਹੈ ਧੁਨੀ ਇਹਦੀ ਛੋਟੀ ਹੈ ਤਾਂ ਕੋਲੀ ਜਿਹੜੀ ਹੱਡੀ ਹੁੰਦੀ ਹੈ ਇਹ ਤੰਗੋਰ ਦੀ ਹੱਡੀ ਵੇਖਿਆ ਇਹਦੀ ਬਹੁਤ ਬਰੀਕ ਹੋਵੇ ਦੂਜਿਆਂ ਚੌਰਸ ਹੁੰਦੀ ਜਰਾ। ਕੁਛ ਮੱਝਾਂ ਹੁੰਦੀਆਂ ਨੇ ਉਹ 3 ਹੱਡੀ ਵਾਲੀਆਂ ਹੁੰਦੀਆਂ ਨੇ। ਇੱਕ ਹੱਡੀ ਯਾਨੀ ਜਿਹੜੀ ਇੱਕ ਹੱਡੀ ਵਾਲੀ ਮੈਂ ਉਹ ਬਿਹਤਰ ਹੈ। ਅੱਛਾ ਅੰਕਲ ਜੀ ਤੁਸੀਂ ਕਿਹਾ ਯਾਨੀ ਇਹ ਕੰਮ ਵਿੱਚ ਬਚਤ ਹੈ ਵੇ ਅਗਰ ਬਿਮਾਰੀਆਂ ਤੋਂ ਬਚਿਆ ਜਾਏ? ਬਿਲਕੁਲ ਜੀ ਬਿਮਾਰੀਆਂ ਤੋਂ ਬਚਿਆ ਜਾਏ ਤਾਂ ਉਂਝ ਨਹੀਂ ਬਚਤ ਦੀ ਹੁਣ ਬਿਮਾਰੀਆਂ ਤੋਂ ਬਚਿਆ ਜਾਏ। ਹੁਣ ਵੇਖੋ ਦੁੱਧ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਉਹ ਹੀ ਰੇਟ ਤੇ ਜਿਹੜੀ ਹੁਣ ਵੰਡੇ ਦੀ ਕੀਮਤ ਹੈ ਉਹ 1150 ਸੀ ਤੇ ਹੁਣ ਉਹ 1600। ਠੀਕ ਹੈ ਤੇ ਫਿਰ ਉਹਦੇ ਕੀ ਯਾਨੀ ਖਰਚਾ ਜ਼ਿਆਦਾ ਹੋ ਗਿਆ ਤੇ ਬਚਤ ਉੱਥੇ ਹੀ ਯਾਨੀ ਫਿਰ ਬਚਤ ਕਮ ਹੋ ਗਈ। ਠੀਕ ਹੈ ਜਿਹੜੀ ਖਾਦ ਸੀ ਉਦੋਂ ਅਸੀਂ ਲੈ ਕੇ ਪਾਉਂਦੇ 13-1400 ਦੀ ਬੋਰੀ। ਅੱਛਾ ਹੁਣ ਉਹ ਜਿਹੜੀ ਉਹ ਅਸੀਂ 2200 ਦੀ ਬੋਰੀ ਲੈ ਕੇ ਪਾਉਂਦੇ। ਜਿਹੜੀ ਅਸੀਂ DAP ਪਾਉਂਦੇ ਹਾਂ 2200 ਦੀ ਲੈ ਕੇ ਉਹ ਅਸੀਂ ਹੁਣ 4000 ਦੀ ਲੈ ਕੇ ਪਾਉਂਦੇ ਉਹ ਵੀ ਬਚ ਉਧਰ ਖਰਚਾ ਵਧਿਆ ਤੇ ਇਧਰ। ਤੇ ਸਰ ਫਿਰ ਤੁਸੀਂ ਕੀ ਸਮਝਦੇ ਹੋ ਕਿ ਅੱਜ ਕੱਲ ਮਹਿੰਗਾਈ ਦੇ ਦੌਰ ਵਿੱਚ
ਕਿਹੜਾ ਬੰਦਾ ਜਾਨਵਰਾਂ ਦੇ ਕਾਰੋਬਾਰ ਤੋਂ ਬਚਤ ਹਾਸਲ ਕਰ ਸਕਦਾ? ਮੇਰੇ ਹਿਸਾਬ ਨਾਲ ਗੋਸ਼ਤਾਂ ਵਿੱਚ ਬਚਤ ਕਰ ਸਕਦਾ, ਦੁੱਧ ਦਾ ਜਿਸ ਬੇਈਮਾਨੀ ਨਹੀਂ ਕਰਨੀ ਉਹ ਨਹੀਂ ਕਰ ਸਕਦਾ। ਅੱਛਾ, ਅਸੀਂ ਤੇ ਨਹੀਂ ਕਰ ਸਕਦੇ ਇਸ ਵਾਸਤੇ। ਤੇ ਸਾਡਾ ਰਿਕਾਰਡ ਕੋਈ ਭਾਂਡਾ ਗਿੱਲਾ ਜਿਹੜਾ ਉਹਦੇ ਧਾਰ ਨਹੀਂ ਮਾਰ। ਠੀਕ ਹੈ, ਬਿਲਕੁਲ ਖਾਲਸ ਦੁੱਧ ਦੇਣਾ। ਜਿਹੜਾ ਖਾਲਸ ਨਾ ਦੇ ਉਹ ਬਚਤ ਕਰ ਲੇ ਤੇ ਵੱਖਰੀ ਗੱਲ, ਤੇ ਜਾਂ ਫਿਰ ਗਾਵਾਂ 5-7 ਨਾਲ ਹੋਣ ਫੇਰ ਬਚਤ ਹੋਊਗੀ। ਤੇ ਤੁਸੀਂ ਗਾਂ ਕੋਈ ਨਹੀਂ ਰੱਖੀ? ਇੱਕ ਰੱਖੀ ਹੈ ਬਸ, ਉਹ ਘਰ ਦੀ। ਤੇ ਸਰ ਗੋਸ਼ਤ ਵਾਲੇ ਜਿਹੜਾ ਫਿਰ ਇਹ ਕਟਿਆਂ ਦਾ ਜਾਂ ਵੱਛਿਆਂ ਦਾ ਕਾਰੋਬਾਰ ਕੀਤਾ ਜਾਏ? ਜਾਂ ਕਟਿਆਂ ਬੱਚਿਆਂ ਦਾ ਜਾਂ ਝੋਟੀਆਂ ਤਿਆਰ ਕਰਕੇ ਵੇਚੀਆਂ ਜਾਣ। ਤੇ ਤੁਸੀਂ ਮਾਸ਼ਾਅੱਲਾ ਨਾਲ ਝੋਟੀਆਂ ਵੀ ਤੇ ਤਿਆਰ ਕਰਦੇ ਹੋ? ਅਸੀਂ ਤਾਂ ਆਪਣੇ ਲਈ ਕਰਨੇ ਹੁੰਦੀਆਂ, ਅਸੀਂ ਵਿੱਚੋਂ ਉਹ ਵੇਚਨੇ ਜਿਹੜੀਆਂ ਬੁੱਢੀਆਂ ਹੋ ਜਾਣ ਬੱਚਾ। ਜਵਾਨ ਅਸੀਂ ਨਹੀਂ ਵਿੱਚੋਂ ਦਿੰਦੇ। ਅੱਛਾ, ਬੁੱਢੀ ਉਹ ਕਿੰਨੇ ਸੂਵੇ ਸੁੰਦੀ ਹੈ ਤੇ ਫਿਰ ਉਹਨੂੰ ਵੇਚਦੇ ਹੋ? ਅਸੀਂ ਕਮ ਅਜ਼ ਕਮ 8 ਸੂਵੇ ਸੁੰਦੀ ਹੈ। ਅੱਛਾ, 8 ਸੂਵੇ ਸਾਡੇ ਕੋਲ ਸੂਜੇ ਦੀ, ਉਹਨੂੰ ਵੇਚਣਾ। ਠੀਕ ਹੈ। ਤੇ ਜਿਹੜੀਆਂ ਚੰਗੀਆਂ ਨੇ ਉਹਨਾਂ ਦਾ ਦਿਲ ਹੀ ਨਹੀਂ ਕਰਦਾ, ਉਹ ਫਿਰ ਰੱਖੀ ਦੀ ਜਿਹੜੀਆਂ ਦੁੱਧ ਜਿੰਨਾ ਚਿਰ ਦਿੰਦੀਆਂ ਰਹਿਣ। ਤੇ ਉਂਝ ਹੁਣ ਅਸਾਂ ਕੱਢੀਆਂ ਨੇ ਵਿੱਚੋਂ, ਜਿਹੜੀਆਂ ਮੱਝਾਂ ਲਾਂਭੂ ਲਿਆਂਦੀਆਂ ਉਹ ਬੁੱਢੀਆਂ ਜ਼ਿਆਦਾ ਹੋ ਗਈਆਂ। ਠੀਕ ਹੈ, ਤੋ ਕੱਢੀਆਂ ਨੇ ਤਾਂ ਵਾਸਤੇ ਹੈ, ਇੰਨਾ ਕੁ ਫਰਕ ਨਹੀਂ ਤੇ ਭਰੇ ਜਾਂਦਾ ਮਾਸ਼ਾਅੱਲਾ। ਤੇ ਸਰ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਘਰ ਦੇ ਕੱਟੇ ਹੁੰਦੇ ਨੇ ਉਹਨਾਂ ਨੂੰ ਕਿੰਨੀ ਉਮਰ ਦੇ ਕਰਕੇ ਸੇਲ ਕਰਦੇ ਹੋ? ਅਸੀਂ ਜੀ ਉਹਨਾਂ ਨੂੰ ਕਰਨੇ ਆ ਦੋਂਦੇ ਜਦੋਂ 2.5 ਸਾਲ ਦਾ ਕਰਦੇ। 2.5 ਸਾਲ ਦਾ? 2.5 ਸਾਲ ਦਾ ਕੱਟਾ ਕਿੰਨੇ ਕੁ ਦਾ ਸੇਲ ਹੋ ਜਾਂਦਾ? 2.5 ਸਾਲ ਦਾ ਜਿਹੜਾ ਕੱਟਾ ਹੈ ਜੇ ਉਹਨੂੰ ਉਹਦੀ ਖਾਤਰ ਕੀਤੀ ਜਾਏ ਤਾਂ ਉਹ 80,000 90,000 ਲੱਖ ਤੇ ਵੀ ਟੁਰ ਜਾਂਦਾ। ਤੇ ਕੁਰਬਾਨੀ ਹੋ ਜਾਂਦਾ। ਅੱਛਾ, ਕੁਰਬਾਨੀ ਤੇ ਕਰਦੇ ਹੋ ਸੇਲ? ਕੁਰਬਾਨੀ ਤੇ ਸੀ, ਯਾਨੀ ਉਦੋਂ ਰੇਟ ਵੀ ਅੱਛਾ ਮਿਲ ਜਾਂਦਾ? ਉਦੋਂ ਰੇਟ ਵੀ ਅੱਛਾ। ਠੀਕ। ਅੱਛਾ ਸਰ, ਇਹ ਦੱਸੋ ਤੁਸੀਂ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਹੈ? ਇਹਨਾਂ ਨੂੰ ਤੁਸੀਂ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਅਸੀਂ ਜੀ ਰੋਜ਼ਾਨਾ ਇਹਨਾਂ ਨੂੰ ਪਹਿਲਾਂ ਤਾਂ ਮੈਂ ਬਣਾਇਆ ਸੀ ਸੈਲਜ। ਸੈਲਜ ਹੁਣ ਮੁੱਕ ਗਿਆ। ਅੱਛਾ, ਹੁਣ ਅਸੀਂ ਸਟਾਲਾ ਹੀ ਪਾਉਂਦੇ ਇਹਨਾਂ ਦੇ ਨਾਲ ਤੂੜੀ ਜੀ, ਇਹ ਪਾਉਂਦੇ ਜੀ। ਤੇ ਵੰਡਾ ਪਾਉਂਦੇ ਆ। ਵੰਡਾ ਸਰ ਕਿਹੜਾ ਵੰਡਾ? ਸੀ ਸੋਨਾ ਵੰਡਾ ਇੱਕ ਪਾਉਂਦੇ, ਉਹ ਹੀ ਅੱਛਾ ਹੈ। ਅੱਛਾ ਸਰ, ਅਗਰ ਕੋਈ ਬੰਦਾ ਜਿਹੜਾ ਮੁੱਲ ਦੇ ਪੱਠਿਆਂ ਦਾ ਕਾਰੋਬਾਰ ਕਰਨਾ ਚਾਹੁੰਦਾ, ਤੁਹਾਡਾ ਕੀ ਹਾਲ ਹੈ, ਕਾਰੋਬਾਰ ਕਰ ਸਕਦਾ? ਮੇਰੇ ਖਿਆਲ ਨਾਲ ਦੁੱਧ ਦਾ ਤੈਨੂੰ ਨਹੀਂ ਕਰਨਾ ਹੀ ਚਾਹੀਦਾ। ਜੇ ਬੇਈਮਾਨੀ ਕਰਨੀ ਹੋਵੇ ਤਾਂ ਫੇਰ ਹੀ ਕਰਨਾ, ਤੇ ਬੇਈਮਾਨੀ ਤੇ ਦੱਸਣਾ ਹੀ ਨਹੀਂ ਚਾਹੀਦਾ ਕਿਸੇ ਨੂੰ ਕਰੋ। ਜੀ ਜੀ, ਜਿਹੜਾ ਕੰਮ ਕਰਨਾ ਇਮਾਨਦਾਰੀ ਨਾਲ ਹੀ ਕਰੋ। ਇਮਾਨਦਾਰੀ ਨਾਲ ਕੀਤੇ ਇਹਦੇ ਚ ਕੱਖ ਨਹੀਂ, ਮੁੱਲ ਦੇ ਪੱਠੇ ਲੈ ਕੇ ਨਹੀਂ। ਸਾਡੇ ਤੇ ਮਾਸ਼ਾਅੱਲਾ 15-20 ਕਿੱਲੇ ਜ਼ਮੀਨ ਵਿੱਚ ਹੀ ਇਹਨਾਂ ਤੇ ਲਾਈਏ। ਹਾਂ, ਕੋਈ ਕਣਕ ਜਣਕ ਨਹੀਂ ਬੀਜ ਤੇ ਆਪਣੇ ਖਾਣ ਲਈ ਬੀਜੀ ਤਾਂ ਕੋਈ ਨਾ ਬੀਜੇ, ਦੂਜੀ ਸਾਰੀ ਇਹਨਾਂ ਤੇ ਲਾਈ। ਤੇ ਸਰ ਤੁਸੀਂ ਰੋਜ਼ਾਨਾ ਦਾ ਇੱਕ ਮੈਂ ਨੂੰ ਕਿੰਨਾ ਸਬਜ਼ ਚਾਰਾ ਤੇ ਕਿੰਨੀ ਤੂੜੀ ਖਿਲਾਉਂਦੇ ਆ ਇਹਨਾਂ ਨੂੰ? ਜੇ ਸਬਜ਼ ਚਾਰਾ ਪੂਰਾ ਪਾਈਏ ਤੇ 25 ਕਿਲੋ ਸਬਜ਼ ਚਾਰਾ ਤੇ 15 ਕਿਲੋ ਤੂੜੀ ਹੋਣੀ ਚਾਹੀਦੀ ਮੱਝ। ਯਾਨੀ ਇੰਨੀ ਦੀ ਜ਼ਰੂਰਤ ਹੈ? ਜ਼ਰੂਰਤ ਹੈ, ਉਂਝ ਫਿਰ ਨਾ ਘੱਟ ਪਾ ਲਈਏ ਤਾਂ ਉਹਦੇ ਫਿਰ ਆਪਣੀ ਕਮਜ਼ੋਰੀ ਤੋਂ ਪਾਣੀ। ਤੇ ਵੰਡਾ ਕਿੰਨਾ? ਵੰਡਾ ਜਿਹੜਾ ਵੰਡਾ ਵੀ ਇਹਨੂੰ ਜੇ ਵੰਡਾ ਪਾਈਏ ਤਾਂ 5 ਕਿਲੋ ਹੀ ਪਾਉਣਾ ਚਾਹੀਦਾ। ਤੇ ਜੇ ਉਹ ਸਾਰਾ ਹਰਸ਼ਾ ਮੁੱਲ ਲਿਆ ਵੀ ਹੈ ਤੇ ਤਾਂ ਦੁੱਧ ਜਿਹੜਾ ਉਹ ਉੱਥੇ ਨਹੀਂ ਅੱਪਰਦਾ। ਇਹ ਜਿਹੜਾ ਦੁੱਧ ਤੁਹਾਨੂੰ ਦੱਸਿਆ ਇਹ ਸਾਰਾ ਤੇ ਨਹੀਂ ਨਾ ਇਹ ਰਹਿਣਾ। ਇਹਨੇ ਜਿੱਦਾਂ ਜੇ ਜਾ ਨਾ ਰਹਿੰਦਾ ਉਹਨਾਂ ਚਿਰ ਉਹ ਜਾ ਵੀ ਪੀਂਦਾ ਜੀ। ਜਦੋਂ ਫਿਰ ਇਹਨੂੰ ਜਿਵੇਂ ਇਹਨੇ ਪਿਛਾ ਜਾਣਾ ਤੇ ਉਦੋਂ ਇਹ ਕੱਟਣਾ ਨਹੀਂ। ਠੀਕ ਹੈ। ਤੇ ਸਰ ਜਿਹੜੀ ਮੱਝ 25 ਕਿਲੋ ਸਬਜ਼ ਚਾਰਾ, 15 ਕਿਲੋ ਤੂੜੀ ਤੇ 5 ਕਿਲੋ ਵੰਡਾ ਖਾਂਦੀ ਹੈ, ਉਹਦੇ ਉੱਤੇ ਕਿੰਨਾ ਖਰਚਾ ਹੁੰਦਾ? ਉਹ ਹਿਸਾਬ ਲਾ ਲਓ ਜੀ। ਹੁਣ ਸਾਨੂੰ ਤੇ ਇਸ ਤੋਂ ਨਹੀਂ ਨਾ ਮਹਿਸੂਸ ਹੁੰਦਾ, ਸਾਡੇ ਘਰ ਦੇ ਪੱਠੇ ਜੀ। ਤੂੜੀ ਜਿਹੜੀ ਅਸੀਂ ਨੀਰੀ ਲਿਆਉਂਦੇ ਆ ਤੇ ਉਹ ਵੀ 700 ਤੋਂ ਮਾਣ ਹੈ। ਅੱਛਾ, ਹੁਣ 350 ਦੀ ਤੇ ਤੂੜੀ ਆ ਜਾਂਦੀ। ਜੇ ਉਹਦੇ ਚ 15 ਕਿਲੋ ਵੀ ਪੱਠੇ ਪਾਈਏ 25-30 ਕਿਲੋ ਤੇ ਮਾਮੂਲੀ ਕੇਸ ਹੈ ਨਾ। ਮਾਈ ਨੂੰ ਇਹਨਾਂ ਤੇ ਖੁਰਾਕ ਹੋਣੀ ਚਾਹੀਦੀ ਨਾ ਉਂਝ ਜੀ, ਜਿਹੜੀ ਆਮ ਨਹੀਂ। ਜਿੰਨੇ ਵੰਡਾ ਇੰਨਾ ਖਾਣਾ ਉਹ ਖੁਰਾਕ ਇੰਨੀ ਕਰ ਲਓ, ਇੰਨੀ ਉਹਦੀ ਤੂੜੀ ਵੀ ਤੇ ਵੰਡਾ ਵੀ ਲੱਗ ਜਾਣਾ। ਅੱਛਾ ਸਰ, ਤੁਸੀਂ ਆਪਣੇ ਜਾਨਵਰਾਂ ਨੂੰ ਸਬਜ਼ ਚਾਰਾ ਵੀ ਇਸਤੇਮਾਲ ਕਰਵਾ ਰਹੇ ਹੋ, ਸਾਇਲਜ ਵੀ ਇਸਤੇਮਾਲ ਕਰਵਾਇਆ, ਬਿਹਤਰ ਰਿਜ਼ਲਟ ਕਿਹਦਾ ਪਾਇਆ ਜੀ? ਬਿਹਤਰ ਰਿਜ਼ਲਟ ਸਾਇਲਜ ਦਾ ਹੈ। ਕੀ ਰਿਜ਼ਲਟ ਦਾ ਮਿਲਿਆ ਸੀ ਤੁਹਾਨੂੰ? ਉਹਦੇ ਚ ਦੁੱਧ ਵੀ ਜ਼ਿਆਦਾ ਇਹਨਾਂ ਦਿੱਤਾ, ਉਹਦੇ ਬਿਮਾਰੀ ਵੀ ਘੱਟ ਆਈ। ਜਿੱਦਾਂ ਦਾ ਅਸੀਂ ਸਬਜ਼ ਚਾਰਾ ਪਾਉਂਦੇ ਆ ਫੇਰ ਉਹਦੇ ਨਾਲ ਹੁੰਦੀ ਹੈ ਬਿਮਾਰੀ। ਕਿਸੇ ਨੂੰ ਹੋ ਗਿਆ ਚੰਦਰੀ ਵਗੈਰਾ। ਇੱਕ ਬੰਦਾ ਅਗਰ ਆਂਦਾ ਕਿ ਮੈਂ 40 ਜਾਨਵਰ ਰੱਖਾਂ ਤੇ ਸਾਲ ਦਾ ਸਾਇਲਜ ਇਕੱਠਾ ਕਰਾਂ, ਤੁਹਾਡਾ ਕੀ ਖਿਆਲ ਹੈ ਕਿੰਨਾ ਸਾਇਲਜ ਉਹਦਾ ਹੋਣਾ ਚਾਹੀਦਾ, ਕਿੰਨੇ ਕਿੱਲਿਆਂ ਦਾ? ਉਹ 3 ਡੰਗਰਾਂ ਤੇ ਕਿੱਲਾ ਲਾ ਲਓ, ਉਹ 4 ਜਾਂਦੇ ਨੇ। ਤੁਸੀਂ 3 ਕਿੱਲਾ 3 ਡੰਗਰ ਸਾਲ ਦਾ ਕਿੱਲੇ ਦਾ ਸਾਇਲਜ ਸਾਲ। ਠੀਕ ਹੋ ਗਿਆ। ਅੱਛਾ ਮਾਸ਼ਾਅੱਲਾ, ਤੁਹਾਡੇ ਕੋਲ ਇਸ ਟਾਈਮ ਜਿਹੜੇ ਜਾਨਵਰ ਦੁੱਧ ਦੇ ਰਹੇ ਉਹਨਾਂ ਦਾ ਰੋਜ਼ਾਨਾ ਦਾ ਦੁੱਧ ਤੁਹਾਡਾ ਕਿੰਨਾ ਜਾ ਰਿਹਾ? ਸਾਡਾ ਦੁੱਧ ਇਸ ਟਾਈਮ ਜੀ ਜਾ ਰਿਹਾ ਜਿਹੜਾ ਡੇਲੀ ਦਾ 110
20 ਕਿਲੋ 110-20 ਕਿਲੋ ਮਾਸ਼ਾਅੱਲਾ 110-20 ਕਿਲੋ ਦੇ ਵਿੱਚ ਤੁਹਾਡਾ ਖਰਚਾ ਕਿੰਨਾ ਹੋ ਰਿਹਾ ਤੇ ਬਚਤ ਕਿੰਨੀ ਆ ਰਹੀ ਜੀ? ਉਂਝ ਜੇ ਹਿਸਾਬ ਲਾਈਏ ਨਾ ਉਹ ਖਰਚਾ ਤੇ ਹੁੰਦਾ ਅੱਧਾ ਜੀ, ਅੱਧੀ ਆ ਜਾਂਦੀ ਬਚਤ। ਪਰ ਜੇ ਉਹ ਘਰ ਦੀ ਹਰ ਸ਼ੈ ਜੇ ਉਹ ਸਾਰੀ ਸ਼ੈ ਮੁੱਲ ਦੀ ਲਿਆਉਣੀ ਹੋਵੇ ਤੇ ਫਿਰ ਕੋਨੇ ਫਿਰ ਇਹ ਵੀ ਮਜ਼ਦੂਰਾਂ ਦੀ ਮਜ਼ਦੂਰੀ ਨਹੀਂ ਕਰਦੇ ਤੇ ਸਾਡੇ ਨਾਲ ਸਲਾਮ ਦੁਆ ਹੋਵੇ ਬਸ ਇਹ। ਅੱਛਾ, ਇਹ ਤੁਸੀਂ ਆਪਣੇ ਸ਼ੈੱਡ ਦੀ ਪਾਈਪਿੰਗ ਵਗੈਰਾ ਕੀਤੀ ਹੈ ਸਾਨੂੰ ਨਜ਼ਰ ਆ ਰਿਹਾ, ਇਹਦੇ ਤੇ ਓਵਰਆਲ ਖਰਚਾ ਕਿੰਨਾ ਆ ਗਿਆ ਸਰ? ਇਹਦਾ ਜੀ ਉਸ ਜ਼ਮਾਨੇ 'ਚ 2.5 ਲੱਖ ਆਇਆ ਸੀ ਸਿਰਫ ਪਾਈਪਿੰਗ ਕਰਨ ਦਾ? ਨਹੀਂ ਹੈ ਸ਼ੈੱਡ ਟੋਟਲ ਸ਼ੈੱਡ ਕਿੰਨੀ ਜਗ੍ਹਾ 'ਚ ਬਣਾਇਆ ਹਜੇ? ਇਹ ਬਣਾਇਆ ਜੇ 1 ਕਨਾਲ ਜਗ੍ਹਾ 'ਚ। 1 ਕਨਾਲ ਜਗ੍ਹਾ 'ਚ। ਅੱਛਾ ਅੰਕਲ ਜੀ, ਸਾਡੇ ਕੁਝ ਵੀਵਰ ਪੁੱਛਦੇ ਨੇ ਕਿ ਸਵਾਲਾਂ ਦੇ ਪੁੱਛਿਆ ਕਰੋ ਕਿ ਇਸ ਕਾਰੋਬਾਰ ਦੇ ਵਿੱਚ ਮਸਾਇਲ ਕਿਹੜੇ ਕਿਹੜੇ ਨੇ? ਮਸਾਇਲ ਤਾਂ ਸਭ ਤੋਂ ਵੱਡੇ ਤੇ ਮਸਾਇਲ ਬਿਮਾਰੀ ਥਾਣਾ ਦੀ ਬਿਮਾਰੀ ਜ਼ਿਆਦਾ ਗੋਸ਼ਤਾਏ 'ਚ ਉਹ ਵੀ ਬਰਾਇਤ ਆ ਜਾਂਦੀ। ਗੋਸ਼ਤਾਏ ਨੂੰ ਨਿਰਾ ਤੂੜੀ ਤੰਬੜ ਵੀ ਪਾ ਛੜੀਏ ਤਾਂ ਵੀ ਗੁੰਜਾਇਸ਼ ਹੋ ਜਾਂਦੀ। ਤੇ ਲੇਬਰ ਦਾ ਮਸਲਾ? ਲੇਬਰ ਦਾ ਮਸਲਾ ਬਹੁਤ ਜ਼ਿਆਦਾ ਪਰ ਸਾਨੂੰ ਨਹੀਂ, ਕਿਉਂਕਿ ਸਾਡੇ ਕੋਲ ਤਾਂ ਲੇਬਰ ਇੰਜੇ ਪੇ ਅਸਾਂ ਲੇਬਰ ਨੂੰ ਆਖਣਾ ਜਾਓ ਨਹੀਂ ਜਾਂਦੇ ਕਿਉਂਕਿ ਹਾਪੀ ਤੇ ਕਦੇ ਉਹਨਾਂ ਨੂੰ ਆਖਣਾ ਹੀ ਨਹੀਂ ਚੰਗੀ ਮਾੜੀ। ਫਿਰ ਅਗਰ ਕੋਈ ਨਵਾਂ ਬੰਦਾ ਜਿਹੜਾ ਵੇ ਯੰਗ ਮੁੰਡਾ ਹੈ ਕਾਰੋਬਾਰ ਕਰਨਾ ਚਾਹੁੰਦਾ ਵੇ, ਤੁਸੀਂ ਉਹਨੂੰ ਕੀ ਮੁਖਲਸ ਮਸ਼ਵਰਾ ਦਿਓਗੇ ਕਿ ਉਹ ਗੋਸ਼ਤ ਵਾਲਾ ਕਾਰੋਬਾਰ ਕਰੇ ਕਿ ਦੁੱਧ ਵਾਲਾ ਕਾਰੋਬਾਰ ਕਰੇ? ਦੇਖੋ ਜੀ, ਜੇ ਤਾਂ ਉਹਦੇ ਕੋਲ ਜ਼ਮੀਨ ਆਪਣੀ ਤਾਂ ਉਹਨੂੰ ਦੁੱਧ ਵਾਲਾ ਕਰਨਾ ਚਾਹੀਦਾ ਕਿ ਰੋਜ਼ ਵੀ ਚਾਹੀਦਾ, ਰੋਜ਼ਮਰਾ ਵੀ। ਫਿਰ ਉਹਨੂੰ ਅੱਧਾ ਇਹ ਚ ਕਰਨਾ ਚਾਹੀਦਾ ਤੇ ਅੱਧਾ ਉਹ ਕਰਨਾ ਚਾਹੀਦਾ। ਜੀ ਅੰਕਲ ਜੀ, ਬਹੁਤ ਸ਼ੁਕਰੀਆ ਮਾਸ਼ਾਅੱਲਾ, ਬਹੁਤ ਹੀ ਕੀਮਤੀ ਗੱਲਾਂ ਤੋਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ। ਅੱਲਾ ਹਾਫਿਜ਼। ਉਹਨੂੰ